Welcome back to all my viewers on my YouTube channel. Today I am discuss about to the minerals and energy resources part 2nd subject SST geography part of class 8th PSCB board. ਇਸ ਸੈਸ਼ਨ ਦੇ ਵਿੱਚ ਅੱਜ ਅਸੀਂ ਇਸ ਦੇ ਵੈਰੀ ਸ਼ਾਰਟ ਕੁਐਸਚਨ ਆਨਸਰ ਤੇ ਸ਼ਾਰਟ ਕੁਐਸਚਨ ਆਨਸਰ ਨੂੰ ਡਿਸਕਸ ਕਰਾਂਗੇ ਤੇ ਇਹਦੇ ਵਿੱਚ ਡਿਸਕਸ ਕਰਾਂਗੇ ਵੀ ਕਿਸ ਤਰੀਕੇ ਨਾਲ ਜਿਹੜੇ ਮਿਨਰਲਸ ਨੇ ਜਾਂ એનર્ਜੀ ਰਿਸੋਰਸਿਸ ਨੇ ਉਹ ਯੂਜ਼ ਕੀਤੇ ਜਾਂਦੇ ਆ ਹਿਊਮਨ ਬੀਇੰਗਸ ਦੁਆਰਾ ਤਾਂ ਜੋ ਕੀ ਆ ਜ਼ਿਆਦਾ ਤੋਂ ਜ਼ਿਆਦਾ ਇਲੈਕਟ੍ਰਿਸਿਟੀ ਜਾਂ ਹੋਰ ਪ੍ਰੋਜੈਕਟ ਜਿਹੜੇ ਨੇ ਉਹ ਬਣਾਏ ਜਾ ਸਕਣ ਤੇ ਆਪਣੀ ਜਿਹੜੀਆਂ ਜ਼ਰੂਰਤਾਂ ਨੇ ਉਹਨੂੰ ਪੂਰੀਆਂ ਕੀਤੀਆਂ ਜਾ ਸਕਣ। ਇਸ ਦੇ ਫਸਟ ਪਾਰਟ ਵੀਡੀਓ ਦੇ ਵਿੱਚ ਮੈਂ ਇਹਦਾ ਜਿਹੜਾ ਪੂਰਾ ਚੈਪਟਰ ਉਹਨੂੰ ਐਕਸਪਲੇਨ ਕੀਤਾ ਸੀ ਤੇ ਹੁਣ ਅਸੀਂ ਇਸ ਸੈਸ਼ਨ ਦੇ ਵਿੱਚ ਅੱਜ ਅਸੀਂ ਇਹਦੇ ਸ਼ਾਰਟ ਕੁਐਸਚਨ ਆਨਸਰ ਤੇ ਵੈਰੀ ਸ਼ਾਰਟ ਕੁਐਸਚਨ ਆਨਸਰ ਈਵਨ ਇੰਪੋਰਟੈਂਟ ਕੁਐਸਚਨ ਆਨਸਰ ਨੂੰ ਜਿਹੜਾ ਵਾ ਉਹ ਅਸੀਂ ਇਸ ਸੈਸ਼ਨ ਦੇ ਵਿੱਚ ਡੀਲ ਕਰਾਂਗੇ ਜਾਂ ਇਸ ਸੈਸ਼ਨ ਦੇ ਵਿੱਚ ਡਿਸਕਸ ਕਰਾਂਗੇ। ਆਈ ਹੋਪ ਤੁਹਾਨੂੰ ਸੈਸ਼ਨ ਵਧੀਆ ਆਏਗਾ ਤੇ ਜੇਕਰ ਤੁਹਾਨੂੰ ਮੇਰਾ ਪੜ੍ਹਾਇਆ ਹੋਇਆ ਵਧੀਆ ਲੱਗਦਾ ਵਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ ਤੇ ਬੈਲ ਆਈਕਨ ਨੂੰ ਜਰੂਰ ਦਬਾਓ। ਦੇਖੋ ਸਟਾਰਟ ਕਰਦੇ ਹਾਂ ਜੀ। 1 words the following questions is 1 to 15 words। ਫਸਟ ਕੁਐਸਚਨ ਇਜ਼ ਰਾਈਟ ਦੀ ਡੈਫੀਨੇਸ਼ਨ ਆਫ ਦੀ ਮਿਨਰਲ ਰਿਸੋਰਸਿਸ ਵੀ ਜਿਹੜੇ ਖਣਿਜਿਕ ਪਦਾਰਥ ਹੁੰਦੇ ਆ ਉਹਦੀ ਪਰਿਭਾਸ਼ਾ ਦੇਣੀ ਆ ਵੀ ਉਹ ਕੀ ਹੁੰਦੇ ਆ। ਆਨਸਰ ਹੈ ਦੀਆਂ ਮਿਨਰਲਸ ਆਰ ਦੀ ਨੈਚੁਰਲ ਸਬਸਟੈਂਸ ਵਿਚ ਆਰ ਮੇਡ ਅਪ ਇਨ ਦੀ 1 ਐਂਡ ਮੋਰ ਐਲੀਮੈਂਟਸ। ਕਹਿੰਦੇ ਵੀ ਜਿਹੜੇ ਖਣਿਜਿਕ ਪਦਾਰਥ ਹੁੰਦੇ ਆ ਉਹ ਅਜਿਹੇ ਕੁਦਰਤੀ ਰਿਸੋਰਸ ਹੁੰਦੇ ਆ ਜਿਹੜੇ ਕੀ ਹੁੰਦੇ ਆ ਇੱਕ ਜਾਂ ਬਹੁਤ ਸਾਰੇ ਤੱਥਾਂ ਤੋਂ ਮਿਲ ਕੇ ਬਣੇ ਹੋਏ ਹੁੰਦੇ ਆ ਜਾਣੀ ਕਿ ਮਿਕਸਚਰ ਹੁੰਦੇ ਆ ਕਈ ਐਲੀਮੈਂਟਸ ਦੇ। These are found into the interior of the earth। ਇਹ ਧਰਤੀ ਦੇ ਜਿਹੜਾ ਅੰਦਰਲਾ ਭਾਗ ਆ ਜਾਂ ਅੰਦਰੂਨੀ ਭਾਗ ਆ ਉਹਦੇ ਵਿੱਚ ਮਿਲਦੇ ਆ। These have to be defined to their chemical compositions। ਕਹਿੰਦੇ ਇਹਨਾਂ ਵਿੱਚ ਇੱਕ ਵਿਸ਼ੇਸ਼ ਤਰ੍ਹਾਂ ਦੀ ਜਿਹੜੇ ਰਸਾਇਣਿਕ ਬਣਾਵਟ ਹੁੰਦੀ ਹੈ ਜਾਣੀ ਕਿ ਇਹਨਾਂ ਦੀ ਕੈਮੀਕਲ ਸਟਰਕਚਰ ਜਿਹੜਾ ਉਹ ਡਿਫਰੈਂਟ ਹੁੰਦਾ ਵਾ। ਉਸ ਤੋਂ ਬਾਅਦ these are to the identified by their physical and chemical qualities। ਕਹਿੰਦੇ ਜੇਕਰ ਅਸੀਂ ਇਹਨਾਂ ਨੂੰ ਵੰਡਣਾ ਚਾਹੀਏ ਜਾਂ ਇਹਨਾਂ ਨੂੰ ਸਮਝਣਾ ਚਾਹੀਏ ਵੀ ਕਿਸ ਤਰੀਕੇ ਦੇ ਹੁੰਦੇ ਆ ਤਾਂ ਇਹਨਾਂ ਦੇ ਜਿਹੜੇ ਰਸਾਇਣਿਕ ਗੁਣ ਹੁੰਦੇ ਆ ਤੇ ਭੌਤਿਕ ਗੁਣ ਹੁੰਦੇ ਆ ਅਸੀਂ ਉਹਨਾਂ ਨਾਲ ਇਹਨਾਂ ਨੂੰ ਜੱਜ ਕਰ ਸਕਦੇ ਹਾਂ ਵੀ ਇਹ ਕਿਹੜੀ ਕੁਆਲਿਟੀ ਦਾ ਮਿਨਰਲ ਰਿਸੋਰਸ ਹੈ। ਉਸ ਤੋਂ ਬਾਅਦ ਦੇਖੋ ਕੀ ਆ ਵੇਅਰ ਡਿਜ਼ ਦੀ ਆਇਰਨ ਔਰਸ ਇਜ਼ ਆ ਫਾਊਂਡ ਇਨ ਇੰਡੀਆ। ਆਇਰਨ ਔਰ ਦਾ ਮਤਲਬ ਹੁੰਦਾ ਵਾ ਕੱਚਾ ਲੋਹਾ ਵੀ ਕੱਚਾ ਲੋਹਾ ਸਾਡੇ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਮਿਲਦਾ ਵਾ। ਦੇਖੋ ਪਲੇਸ ਦੱਸੀ ਹੈ ਜਿਵੇਂ ਬਿਹਾਰ ਆ, ਬਿਹਾਰ ਦੇ ਵਿੱਚ ਸਾਡੇ ਕੋਲ ਹੈਗਾ ਸਿੰਘ ਭੂਮੀ, ਉੜੀਸਾ ਦੇ ਵਿੱਚ ਹੈਗਾ ਵਾ ਮਯੂਰਭੰਜ, ਛੱਤੀਸਗੜ੍ਹ ਦੇ ਵਿੱਚ ਹੈਗਾ ਦੁਰਗ ਤੇ ਵਸਤਰ, ਕਰਨਾਟਕ ਦੇ ਵਿੱਚ ਹੈਗਾ ਵਾ ਬੇਲਾੜ, ਧਨਵਰ ਤੇ ਕੁੰਦਰੇਮੁਖ। ਇਹ ਜਿਹੜੇ ਪਲੇਸਿਸ ਨੇ ਇੱਥੇ ਜਿਹੜਾ ਵਾ ਕੱਚਾ ਲੋਹਾ ਆਮ ਤੌਰ 'ਤੇ ਮਿਲਦਾ ਵਾ ਜਿਹਨੂੰ ਬਾਅਦ ਵਿੱਚ ਯੂਜ਼ ਕੀਤਾ ਜਾਂਦਾ ਵਾ ਆਇਰਨ ਤੇ ਹੋਰ ਸਬਸਟੈਂਸ ਬਣਾਉਣ ਦੇ ਲਈ। ਨੈਕਸਟ ਦੇਖੋ ਕੀ ਕੁਐਸਚਨ ਆ ਵਟ ਆਰ ਦੀ ਯੂਜ਼ ਆਫ ਕਾਪਰ ਵੀ ਜਿਹੜੀ ਕਾਪਰ ਹੁੰਦੀ ਆ ਤਾਂਬਾ ਵਾ ਤਾਂਬੇ ਦਾ ਕੀ ਵਰਤੋਂ ਆ ਜਾਂ ਕਿੱਥੇ ਉਪਯੋਗ ਕੀਤਾ ਜਾਂਦਾ। ਆਨਸਰ ਹੈ ਦੀ ਕਾਪਰ ਇਜ਼ ਯੂਜ਼ ਟੂ ਮੇਕਿੰਗ ਦੀਆਂ ਸਬਸਟੈਂਸ਼ੀਅਲਸ ਕੋਇਨਸ ਇਲੈਕਟ੍ਰੀਕਲ ਵਾਇਰਸ ਐਂਡ ਇਲੈਕਟ੍ਰੋਨਿਕਸ। ਥੀਸ ਸ਼ੀਟਸ ਆਰ ਆਲਸੋ ਮੇਡ ਵੀ ਇਹ ਜਿਹੜੀ ਇੱਕ ਕਾਪਰ ਹੁੰਦੀ ਆ ਉਹਨੂੰ ਅਸੀਂ ਯੂਜ਼ ਕਰਦੇ ਹਾਂ ਭਾਂਡੇ ਬਣਾਉਣ ਦੇ ਵਿੱਚ, ਸਿੱਕੇ ਬਣਾਉਣ ਦੇ ਵਿੱਚ ਜਾਂ ਇਲੈਕਟ੍ਰੀਕਲ ਵਾਇਰ ਬਣਾਉਣ ਦੇ ਵਿੱਚ ਜਾਂ ਬਿਜਲੀ ਦੇ ਹੋਰ ਉਪਕਰਨ ਬਣਾਉਣ ਦੇ ਵਿੱਚ ਇਹਦੀ ਵਰਤੋਂ ਕੀਤੀ ਜਾਂਦੀ ਹੁੰਦੀ ਆ ਤੇ ਇਹਦੀ ਇੱਕ ਪਤਲੀ ਸ਼ੀਟ ਜਿਹੜੀ ਆ ਉਹ ਵੀ ਇਹ ਤੋਂ ਹੀ ਬਣਦੀ ਆ ਤੇ ਜਿਹੜੀ ਕਿ ਯੂਜ਼ ਕੀਤੀ ਜਾਂਦੀ ਆ ਹੋਰ ਕਈ ਕੰਮਾਂ ਦੇ ਲਈ। ਉਸ ਤੋਂ ਬਾਅਦ ਹੈ ਨੇਮ ਆਫ ਦੀ ਫੇਮਸ ਗੋਲਡ ਮਾਈਨ ਇਨ ਇੰਡੀਆ। ਇੰਡੀਆ ਦੇ ਵਿੱਚ ਜਿੱਥੇ ਸੋਨਾ ਮਿਲਦਾ ਵਾ ਉਹ ਮਾਈਨਸ ਜਾਂ ਉਹਦੀਆਂ ਖਦਾਨਾਂ ਦਾ ਨਾਮ ਲਿਖਣਾ ਵਾ। ਦੇਖੋ ਇੰਡੀਆ ਦੇ ਵਿੱਚ ਜ਼ਿਆਦਾਤਰ 2 ਏਰੀਏ ਦੇ ਵਿੱਚ ਹੀ ਜਿਹੜੀ ਆ ਮਾਈਨਸ ਮਿਲਦੀਆਂ ਨੇ ਜਿਵੇਂ ਕਰਨਾਟਕ ਆ ਉਹਦੇ ਵਿੱਚ ਕੋਲਾਰ ਤੇ ਹੱਠੀ ਆ ਤੇ ਇਨ ਆਂਧਰਾ ਪ੍ਰਦੇਸ਼ ਰਾਮਾਗਰੀ। ਇਹ 2 ਪਲੇਸਿਸ ਇਹੋ ਜਿਹੀਆਂ ਨੇ 3 ਪਲੇਸਿਸ ਇਹੋ ਜਿਹੀਆਂ ਨੇ ਜਿੱਥੇ ਜਿਹੜਾ ਗੋਲਡ ਆ ਉਹ ਇੰਡੀਆ ਦੇ ਵਿੱਚ ਮਿਲਦਾ ਵਾ। ਉਸ ਤੋਂ ਬਾਅਦ ਹੈ ਹਾਊ ਸ਼ੁੱਡ ਵੀ ਯੂਜ਼ ਦੇਅਰ ਐਟੋਮਿਕ ਮਿਨਰਲਸ ਵੀ ਜਿਹੜੇ ਐਟੋਮਿਕ ਮਿਨਰਲਸ ਹੁੰਦੇ ਆ ਜਾਣੀ ਕਿ ਪਰਮਾਣੂ ਪਦਾਰਥ ਹੁੰਦੇ ਆ ਉਹ ਅਸੀਂ ਸਾਨੂੰ ਕਿਸ ਤਰੀਕੇ ਨਾਲ ਉਹਦੀ ਵਰਤੋਂ ਜਿਹੜੀ ਆ ਕਰਨੀ ਚਾਹੀਦੀ ਆ। ਆਨਸਰ ਹੈ the atomic minerals should be used to the carefully। These should be used to development of to the countries and not for the destruction and pollutions। ਕਹਿੰਦੇ ਵੀ ਜਿਹੜੇ ਪਰਮਾਣੂ ਪਦਾਰਥ ਹੁੰਦੇ ਆ ਉਹਨਾਂ ਨੂੰ ਸਾਨੂੰ ਬੜੇ ਕੌਨਸ਼ੀਅਸ ਜਾਂ ਬੜੇ ਅਵੇਅਰ ਤਰੀਕੇ ਦੇ ਨਾਲ ਉਹਨੂੰ ਯੂਜ਼ ਕਰਨਾ ਚਾਹੀਦਾ ਵਾ, ਬੜੇ ਧਿਆਨਪੂਰਵਕ ਉਹਨੂੰ ਯੂਜ਼ ਕਰਨਾ ਚਾਹੀਦਾ ਵਾ। ਇਹ ਕਿਸੇ ਦੇਸ਼ ਦੀ ਇੱਕ ਉੱਨਤੀ ਦੇ ਸਾਧਨ ਦੇ ਤੌਰ 'ਤੇ ਹੀ ਵਰਤਣੇ ਚਾਹੀਦੇ ਆ ਜੇਕਰ ਅਸੀਂ ਇਹਨਾਂ ਨੂੰ ਅਸੀਂ ਵਿਨਾਸ਼ ਜਾਂ ਪ੍ਰਦੂਸ਼ਣ ਫੈਲਾਉਣ ਦੇ ਲਈ ਨਾ ਵਰਤਿਆ ਜਾਵੇ ਕਿਉਂਕਿ ਇਹ ਬਹੁਤ ਜ਼ਿਆਦਾ ਡੇਂਜਰਸ ਵੀ ਹੁੰਦੇ ਆ। ਉਸ ਤੋਂ ਬਾਅਦ ਹੈ ਵਟ ਆਰ ਦੀ ਨਾਨ ਕੰਜ਼ਰਵੇਸ਼ਨਲ ਰਿਸੋਰਸਿਸ ਆਫ ਐਨਰਜੀ। ਕਹਿੰਦੇ ਜਿਹੜੇ ਕਿ ਗੈਰ ਪਰੰਪਰਾਗਤ ਜਾਂ ਨਵੇਂ ਸਰੋਤ ਜਿਹੜੇ ਬਿਜਲੀ ਦੇ ਨੇ ਉਹ ਕਿਹੜੇ ਨੇ ਉਹ ਤੁਸੀਂ ਦੱਸਣੇ ਆ ਜਿਨ੍ਹਾਂ ਨੂੰ ਈਜ਼ੀਲੀ ਖ਼ਤਮ ਨਹੀਂ ਕੀਤਾ ਜਾ ਸਕਦਾ ਅਤੇ ਈਜ਼ੀਲੀ ਅਵੇਲੇਬਲ ਹੁੰਦੇ ਆ। ਆਨਸਰ ਹੈ ਦੀ ਵਾਟਰ ਪਾਵਰ, ਸੋਲਰ ਐਨਰਜੀ, ਵਿੰਡ ਪਾਵਰ, ਯੂਰੋਥਰਮਲ ਐਨਰਜੀ ਐਂਡ ਟ੍ਰਿਡਲ ਐਨਰਜੀ। ਕਹਿੰਦੇ ਜਿਹੜੇ ਪਾਣੀ ਊਰਜਾ ਵਾ ਅਤੇ ਸੂਰਜ ਦੀ ਰੌਸ਼ਨੀ ਤੋਂ ਆ, ਇੱਕ ਹਵਾ ਦੀ ਆ, ਇੱਕ ਸਾਡੇ ਕੋਲ ਹੈ ਭੂ ਤਾਪੀ ਅਤੇ ਇੱਕ ਦੂਜੀ ਹੁੰਦੀ ਆ ਜਵਾਹਰ ਜਾਣੀ ਕਿ ਲਹਿਰਾਂ ਜਿਹੜੀਆਂ ਉੱਠਦੀਆਂ ਨੇ ਉਹ ਤੋਂ ਜਿਹੜੀ ਐਨਰਜੀ ਬਣਦੀ ਹੈ। ਇਹ ਬਹੁਤ ਜ਼ਿਆਦਾ ਵਧੀਆ ਅਤੇ ਨਾਨ
ਪੋਲਿਊਟਡ ਜਿਹੜੇ ਰਿਸੋਰਸ ਨੇ એનર્ਜੀ ਦੇ। ਉਸ ਤੋਂ ਬਾਅਦ ਹੈ ਨੇਮ ਆਫ ਦੀਆਂ 4 ਟਾਈਪਸ ਆਫ ਕੋਲ ਦੀਆਂ 4 ਟਾਈਪਾਂ ਹੁੰਦੀਆਂ ਨੇ। ਦੇਖੋ ਜੀ ਕਿਹੜੀਆਂ ਕਿਹੜੀਆਂ ਹੁੰਦੀਆਂ ਨੇ। ਪਹਿਲੀ ਹੈਗੀ ਆ ਐਥਰੇਸਾਈਟ, ਦੂਸਰੀ ਹੈਗੀ ਆ ਬੂਟੇਨਿਸ, ਤੇ ਉਸ ਤੋਂ ਬਾਅਦ ਹੈਗੀ ਆ ਲਿੰਗਰੇਨਾਈਟ, ਤੇ ਇੱਕ ਹੁੰਦੀ ਆ ਪੀਟ। ਇਹ 4 ਟਾਈਪਸ ਦੇ ਜਿਹੜੇ ਕੋਲ ਹੁੰਦੇ ਆ ਉਹ ਮਿਲਦੇ ਆ, ਤੇ ਇਹਨਾਂ ਵਿੱਚੋਂ ਜਿਹੜੀਆਂ ਵਧੀਆ ਕੁਆਲਿਟੀ ਦੇ ਸਿਰਫ 2 ਹੀ ਹੁੰਦੇ ਆ, ਬਾਕੀ ਜਿਹੜੇ ਨੇ ਉਹ ਮਿਨੀਮਮ ਕੁਆਲਿਟੀ ਦੇ ਹੁੰਦੇ ਆ। ਉਸ ਤੋਂ ਬਾਅਦ ਹੈ ਵਟ ਆਰ ਦੀਆਂ ਮਲਟੀਪਲ ਯੂਜ਼ ਪ੍ਰੋਜੈਕਟ, ਵੀ ਜਿਹੜੇ ਬਹੁ ਉਦੇਸ਼ੀ ਜਿਹੜੇ ਪ੍ਰੋਜੈਕਟ ਹੁੰਦੇ ਆ ਉਹ ਕੀ ਹੁੰਦੇ ਆ, ਜਿਨ੍ਹਾਂ ਨੂੰ ਅਸੀਂ ਬਹੁਤ ਸਾਰੇ ਪ੍ਰੋਜੈਕਟਾਂ ਨੂੰ ਯੂਜ਼ ਕਰ ਸਕਦੇ ਹਾਂ ਜਾਂ ਹੋਰ ਵੀ ਕਈ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ। ਉਹਦਾ ਆਨਸਰ ਹੈ ਦੀਆਂ ਡੈਮਸ ਬਿਲਡ ਮੇਨਲੀ ਫॉर ਦੀਆਂ ਪਾਵਰ ਜਨਰੇਸ਼ਨ are called to their multi-purpose projects as these provides ਦੀਆਂ many benefits at the same time। ਕਹਿੰਦੇ ਵੀ ਡੈਮ ਜਿਹੜੇ ਨੇ, ਜਿਹੜੇ ਕਿ ਅਸੀਂ ਕੀ ਕਰਦੇ ਹਾਂ, ਡੈਮ ਜਾਂ ਹੋਰ ਅਜਿਹੇ ਜਿਹੜੇ ਰਿਸੋਰਸ ਨੇ ਉਹਨਾਂ ਦਾ ਯੂਜ਼ ਕੀਤਾ ਜਾਂਦਾ ਐਨਰਜੀ ਬਣਾਉਣ ਦੇ ਲਈ, ਅਤੇ ਮਲਟੀਪਰਪਜ਼ ਜਿਹੜੇ ਪ੍ਰੋਜੈਕਟ ਹੁੰਦੇ ਆ ਜਿਹੜੇ ਕਿ ਸਾਨੂੰ ਕਈ ਤਰ੍ਹਾਂ ਦੇ ਨਾਲ ਅਤੇ ਕਈ ਟਾਈਮ ਤੱਕ ਇਹ ਸਾਨੂੰ ਬੈਨੀਫਿਟ ਪਹੁੰਚਾਉਂਦੇ ਆ। ਇਹ ਸੀਗੇ ਸ਼ਾਰਟ ਕੁਐਸਚਨ ਆਨਸਰਸ। ਹੁਣ ਅਸੀਂ ਵੈਰੀ ਸ਼ਾਰਟ ਕੁਐਸਚਨ ਆਨਸਰ, ਹੁਣ ਅਸੀਂ ਸ਼ਾਰਟ ਕੁਐਸਚਨ ਵੱਲ ਚੱਲਦੇ ਹਾਂ। ਦੇਖੋ ਫਸਟ ਕੁਐਸਚਨ ਹੈ ਵਿਚ ਆਰ ਦੀਆਂ ਕੰਟਰੀਜ਼ ਫਰੋਮ where the iron ore is mainly found, write down the different types of the iron ore। ਵੀ ਕਿਹੜੀਆਂ ਅਜਿਹੀਆਂ ਕੰਟਰੀਆਂ ਨੇ ਜਿੱਥੇ ਕੀ ਆ ਸਾਨੂੰ ਕੱਚਾ ਲੋਹਾ ਜਿਹੜਾ ਵਾ ਉਹ ਮਿਲਦਾ ਵਾ, ਤੇ ਉਹਦੇ ਬਾਰੇ ਦੱਸਣਾ ਵਾ, ਤੇ ਇਹਦੀਆਂ ਟਾਈਪਸ ਵੀ ਦੱਸਣੀਆਂ। ਦੇਖੋ ਸਾਡੇ ਕੋਲ ਕੰਟਰੀਜ਼ ਹੈਗੀਆਂ ਰਸ਼ੀਆ ਐਂਡ ਇਟਸ ਨੇਬਰ ਕੰਟਰੀਜ਼, ਆਸਟ੍ਰੇਲੀਆ, ਬ੍ਰਾਜ਼ੀਲ, USA ਪ੍ਰੋਡਿਊਸ ਲਾਰਜ ਕੁਆਂਟਿਟੀ ਆਫ ਆਇਰਨ ਔਰ, ਇੰਡੀਆ ਪ੍ਰੋਡਿਊਸ 5% ਆਇਰਨ ਔਰ ਆਫ ਦੀ ਵਰਲਡ। ਕਹਿੰਦੇ ਵੀ ਜਿਹੜੇ ਜ਼ਿਆਦਾਤਰ ਇਹ ਜਿਹੜਾ ਰਸ਼ੀਆ ਵਾ ਜਾਂ ਰਸ਼ੀਆ ਦੇ ਗਵਾਂਢੀ ਦੇਸ਼ ਜਿਵੇਂ ਆਸਟ੍ਰੇਲੀਆ ਹੋ ਗਿਆ, ਬ੍ਰਾਜ਼ੀਲ ਹੋ ਗਿਆ, USA ਹੋ ਗਿਆ, ਅਤੇ ਇਹਨਾਂ ਵਿੱਚ ਜ਼ਿਆਦਾਤਰ ਜਿਹੜੀ ਕੁਆਂਟਿਟੀ ਆ ਆਇਰਨ ਔਰ ਦੀ ਉਹ ਮਿਲਦੀ ਆ। ਇੰਡੀਆ ਦੇ ਵਿੱਚ ਜਿਹੜਾ 5% ਜਿਹੜਾ ਵਾ ਆਇਰਨ ਦਾ ਰਿਸੋਰਸ ਆ ਪੂਰੇ ਵਰਲਡ ਦਾ ਉਹ ਪ੍ਰੋਵਾਈਡ ਕਰਦੀ ਹੈ। ਇਹਦੀਆਂ ਜਿਹੜੀਆਂ 4 ਜਿਹੜੀਆਂ ਨੇ ਮੇਨ ਟਾਈਪਸ ਨੇ, ਜਿਵੇਂ ਮੈਗਨੇਟਾਈਟ, ਅਤੇ ਅੱਗੇ ਹੈਗੀ ਆ ਹੈਮੇਟਾਈਟ, ਅਤੇ ਲਿਮਨੋਟਾਈਟਸ, ਅਤੇ ਸੈਡਰਾਈਟ। ਇਹ ਜਿਹੜੇ ਨੇ ਇਹਦੀਆਂ 4 ਮੇਨ ਟਾਈਪਸ ਨੇ ਜਿਹੜੀਆਂ ਆਇਰਨ ਸਾਨੂੰ ਮਿਲਦੀਆਂ ਨੇ। ਉਸ ਤੋਂ ਬਾਅਦ ਸੈਕਿੰਡ ਕੁਐਸਚਨ ਹੈ ਰਾਈਟ ਡਾਊਨ ਟੂ ਦੀ ਨੋਟ ਆਫ ਦੀ ਇੰਪੋਰਟੈਂਸ ਆਫ ਬਾਕਸਾਈਡ, ਵੀ ਜਿਹੜੇ ਬਾਕਸਾਈਡ ਹੁੰਦੀ ਆ ਉਹਦੀ ਤੁਸੀਂ ਇੱਕ ਮਹੱਤਤਾ ਦੱਸਣੀ ਹੈ ਵੀ ਉਹ ਕਿਉਂ ਯੂਜ਼ ਕੀਤੇ ਜਾਂਦੇ ਆ। ਆਨਸਰ ਹੈ ਦੀ ਐਲਮੋਨੀਅਮ ਇਜ਼ ਐਕਸਟ੍ਰੈਕਟਡ ਫਰੋਮ ਟੂ ਦੀ ਬਾਕਸਾਈਡ, ਇਟ ਮੇਕਸ ਅਪ ਅਬਾਊਟ ਟੂ ਦੀ 8% ਆਫ ਟੂ ਦੀ ਅਰਥ ਕਰਸਟ। ਕਹਿੰਦੇ ਜਿਹੜਾ ਬਾਕਸਾਈਡ ਜਿਹੜੀ ਆ ਉਹ ਇੱਕ ਬਹੁਤ ਕੱਚੀ ਧਾਤ ਜਾਂ ਐਲਮੋਨੀਅਮ ਜਿਹੜੀ ਆ ਉਹਦੇ ਵਿੱਚੋਂ ਨਿਕਲਦੀ ਆ, ਅਤੇ ਉਹ ਤੋਂ ਬਣਾਈ ਜਾਂਦੀ ਆ। ਕਹਿੰਦੇ ਇਹ ਕੀ ਨੇ, ਇਹ ਧਰਤੀ ਦੇ ਵਿੱਚ ਜਿਹੜੀ ਆ, ਧਰਤੀ ਦੀ ਜਿਹੜੀ ਕਰਸਟ ਆ, ਜਿਹੜਾ ਗੁਲਾਬੀ ਜਿਹਾ ਭਾਗ ਹੁੰਦਾ ਜਾਂ ਗਰਮ ਭਾਗ ਹੁੰਦਾ, ਉੱਥੇ ਜਿਹੜੀ ਆ ਇਹ ਮਿਲਦੀ ਹੈ 8% ਹੀ ਹੈ। ਇਟ ਇਜ਼ ਲਾਈਟ ਸਟਰੋਂਗ ਐਂਡ ਵੈਰੀ ਗੁੱਡ ਕੰਡਕਟਰ ਆਫ ਦੀ ਇਲੈਕਟ੍ਰਿਸਿਟੀ। ਇਹ ਕੀ ਹੁੰਦੀ ਆ, ਹਲਕੀ ਹੁੰਦੀ ਆ, ਮਜ਼ਬੂਤ ਹੁੰਦੀ ਆ, ਅਤੇ ਵਧੀਆ ਰਿਸੋਰਸ ਮੰਨੀ ਜਾਂਦੀ ਆ ਇਲੈਕਟ੍ਰਿਸਿਟੀ ਦਾ। ਇਹਦੇ ਵਿੱਚੋਂ ਇਲੈਕਟ੍ਰਿਸਿਟੀ ਈਜ਼ੀਲੀ ਪਾਸ ਹੋ ਸਕਦੀ ਆ। ਇਟ ਇਜ਼ ਜਨਰਲੀ ਯੂਜ਼ ਟੂ ਇਨ ਦੀਆਂ ਵੇਰੀਅਸ ਇੰਡਸਟਰੀ ਲਾਈਕ ਟਰਾਂਸਪੋਰਟੇਸ਼ਨ। ਇਹ ਜ਼ਿਆਦਾਤਰ ਜਿਹੜੀਆਂ ਨੇ ਟਰਾਂਸਪੋਰਟੇਸ਼ਨ, ਜਿਹੜੀਆਂ ਆਵਾਜਾਈ ਦੇ ਸਾਧਨਾਂ ਲਈ ਯੂਜ਼ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਨੇ ਉਹਨਾਂ ਵਿੱਚ ਯੂਜ਼ ਕੀਤੀਆਂ ਜਾਂਦੀਆਂ, ਜਿਵੇਂ 에ਅਰਕ੍ਰਾਫਟ ਹੋ ਗਿਆ, ਸ਼ਿਪ ਬਿਲਡਿੰਗ, ਆਟੋਮੋਬਾਈਲਸ, ਕੈਮੀਕਲ ਇੰਡਸਟਰੀ, ਇਲੈਕਟ੍ਰੀਕਲ ਗੁੱਡਸ ਐਂਡ ਮਸ਼ੀਨਸ ਐਕਸੈਕਟਰਾ। ਕਹਿੰਦੇ ਇਹ ਜ਼ਿਆਦਾਤਰ ਯੂਜ਼ ਕੀਤੀ ਜਾਂਦੇ ਆ ਜਿਵੇਂ ਹਵਾਈ ਜਹਾਜ਼ ਦੇ ਵਿੱਚ, ਜਾਂ ਸਮੁੰਦਰੀ ਜਹਾਜ਼ਾਂ ਦੇ ਬਿਲਡਿੰਗ ਦੇ ਲਈ, ਜਾਂ ਆਟੋਮੋਬਾਈਲਸ ਦੇ ਲਈ, ਜਾਂ ਕੈਮੀਕਲ ਇੰਡਸਟਰੀ ਦੇ ਵਿੱਚ, ਰਸਾਇਣਿਕ ਫੈਕਟਰੀਆਂ ਦੇ ਵਿੱਚ, ਜਾਂ ਇਲੈਕਟ੍ਰੀਕਲ ਜਿਹੜੀਆਂ ਗੁੱਡਸ ਹੁੰਦੀਆਂ ਨੇ, ਜਾਂ ਮਸ਼ੀਨ ਬਣਾਉਣ ਦੇ ਵਿੱਚ ਇਹ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਆ। ਇਟ ਇਜ਼ ਆਲਸੋ ਯੂਜ਼ ਟੂ ਦੀ ਐਂਟੀਨੇਸ਼ੀਅਲ ਕੁਆਇਨਸ, ਫਰਨੀਚਰ ਫਰਨੀਚਰ, ਸ਼ੀਟਸ, ਪੈਕਿੰਗ ਮਟੀਰੀਅਲ, ਫੋਟੋ ਫਰੇਮਸ, ਪਾਈਪਸ ਐਕਸੈਕਟਰਾ। ਕਹਿੰਦੇ ਇਸ ਤੋਂ ਇਲਾਵਾ ਵੀ ਇਹਨੂੰ ਬਰਤਨ ਬਣਾਉਣ ਦੇ ਵਿੱਚ, ਸਿੱਕੇ ਬਣਾਉਣ ਦੇ ਵਿੱਚ, ਫਰਨੀਚਰ ਬਣਾਉਣ ਦੇ ਵਿੱਚ, ਸ਼ੀਟ ਬਣਾਉਣ ਦੇ ਵਿੱਚ, ਜਾਂ ਪੈਕਿੰਗ ਮਟੀਰੀਅਲ ਦੇ ਲਈ, ਜਾਂ ਫੋਟੋ ਫਰੇਮ ਜਾਂ ਪਾਈਪਸ ਬਣਾਉਣ ਦੇ ਲਈ ਵੀ ਯੂਜ਼ ਕੀਤਾ ਜਾਂਦਾ। ਇਟ ਇਜ਼ ਦੀ ਬੇਸਿਸ ਆਫ ਆਵਰ ਟੈਲੀਕਮਿਊਨੀਕੇਸ਼ਨ ਸਿਸਟਮ ਐਜ਼ ਇਟ ਇਜ਼ ਯੂਜ਼ਡ ਇਨ ਰੇਡੀਓ, ਟੈਲੀਗ੍ਰਾਫਸ, ਟੈਲੀਵਿਜ਼ਨਸ ਐਂਡ ਇਲੈਕਟ੍ਰੀਕਲ ਵਾਇਰਸ। ਕਹਿੰਦੇ ਇਸ ਤੋਂ ਇਲਾਵਾ ਇਹ ਸਾਡੇ ਜਿਹੜੀ ਟੈਲੀਕਮਿਊਨੀਕੇਸ਼ਨ, ਜਾਣੀ ਕਿ ਜਿਨ੍ਹਾਂ ਨਾਲ ਅਸੀਂ ਦੂਰ ਸੰਚਾਰ ਦੇ ਕੰਮ ਕਰਦੇ ਹਾਂ, ਉਹਨਾਂ ਵਿੱਚ ਵੀ ਇਹ ਜਿਹੜੀਆਂ ਜ਼ਿਆਦਾਤਰ ਯੂਜ਼ ਕੀਤੀ ਜਾਂਦੀ ਆ। ਉਹਦੇ ਵਿੱਚ ਜਿਵੇਂ ਰੇਡੀਓ ਬਣਾਉਣਾ, ਟੈਲੀਗ੍ਰਾਫੀ ਹੋ ਗਿਆ, ਟੈਲੀਵਿਜ਼ਨ ਹੋ ਗਿਆ, ਜਾਂ ਇਲੈਕਟ੍ਰੀਕਲ ਵਾਇਰ, ਇਹ ਸਾਰੀਆਂ ਦੇ ਵਿੱਚ ਇਹ ਯੂਜ਼ ਕੀਤੀ ਜਾਂਦੀ ਆ। ਡਿਊ ਟੂ ਇਟ ਦੀ ਵਾਈਡ ਯੂਜ਼ ਇਟ ਹੈਜ਼ ਬੀਨ ਪ੍ਰੋਵਾਈਡ ਡਿਸਕ੍ਰਾਈਬ ਟੂ ਦੀ ਚੈਂਪੀਅਨ ਆਫ ਦੀ ਮੈਟਲ ਔਰ ਮੈਟਲ ਆਫ ਟੂ ਦੀ 20th ਸੈਂਚੁਰੀ। ਕਹਿੰਦੇ ਇਹਦੇ ਯੂਜ਼ ਕਰਕੇ, ਇਹਦੇ ਇੰਨੇ ਸਾਰੇ ਯੂਜ਼ ਕਰਕੇ ਹੀ ਇਹਨੂੰ ਕੀ ਕਿਹਾ ਜਾਂਦਾ ਵਾ, ਚੈਂਪੀਅਨ ਕਿਹਾ ਜਾਂਦਾ ਸਾਰੇ ਮੈਟਲਾਂ ਦਾ, ਜਾਂ ਫਿਰ ਇਹਨੂੰ 20ਵੀਂ ਸਦੀ ਦਾ ਇੱਕ ਬਹੁਤ ਵਧੀਆ ਮੈਟਲ ਕਿਹਾ ਜਾਂਦਾ ਵਾ। ਉਸ ਤੋਂ ਬਾਅਦ ਹੈ ਥਰਡ ਕੁਐਸਚਨ, ਵਟ ਇਜ਼ ਦੀ ਇੰਪੋਰਟੈਂਸ ਆਫ ਟੂ ਦੀ ਨੈਚੁਰਲ ਗੈਸ ਇਨ ਆਵਰ ਲਾਈਫ, ਨੇਮ ਆਫ ਦੀ ਮੇਜਰ ਏਰੀਆ ਆਫ ਦੀ ਕੰਟਰੀ ਵੇਅਰ ਇਟ ਇਜ਼ ਫਾਊਂਡ। ਕਹਿੰਦੇ ਵੀ ਜਿਹੜੀ ਕੁਦਰਤੀ ਗੈਸ ਆ, ਜਾਂ ਕੁਦਰਤੀ ਗੈਸ ਜਿਹੜੀ ਆ ਉਹ ਸਾਡੇ ਜੀਵਨ ਦੇ ਵਿੱਚ ਕਿਸ ਤਰੀਕੇ ਨਾਲ ਮਹੱਤਤਾ ਰੱਖਦੀ ਆ, ਅਤੇ ਸਾਡੇ ਦੇਸ਼ ਦੇ ਵਿੱਚ ਕਿੱਥੇ ਕਿੱਥੇ ਮਿਲਦੀ ਆ। ਹੁਣ ਸਭ ਤੋਂ ਵਧੀਆ ਗੱਲ ਇਹ ਆ ਵੀ ਜਿਹੜੀ ਨੈਚੁਰਲ ਗੈਸ ਆ ਉਹ ਕਿਤੋਂ ਮਿਲਦੀ ਆ, ਸਾਨੂੰ ਸਭ ਨੂੰ ਪਤਾ ਹੋਣਾ ਚਾਹੀਦਾ, ਪੈਟਰੋਲੀਅਮ ਪ੍ਰੋਡਕਟ ਤੋਂ ਮਿਲਦੀ ਆ।
ਵੈਨ ਇਟ ਇਜ਼ ਦੀ ਆਇਲ, ਵੀ ਜਦੋਂ ਅਸੀਂ ਉਹਨੂੰ ਆਇਲ ਨੂੰ ਕੱਢਦੇ ਹਾਂ, ਦੈਨ ਦੀ ਜਿਹੜੀ ਨੈਚੁਰਲ ਗੈਸ ਹੁੰਦੀ ਆ ਉਹ ਸਭ ਤੋਂ ਉੱਪਰਲੀ ਲੇਅਰ ਦੇ ਉੱਤੇ ਹੀ ਜਿਹੜੀ ਸਾਡੇ ਕੋਲ ਪਈ ਹੁੰਦੀ ਆ। ਇਟ ਇਜ਼ ਯੂਜ਼ਡ ਫॉर ਦੀ ਹੋਮ ਕੁਕਿੰਗ, ਇਹ ਜ਼ਿਆਦਾਤਰ ਖਾਣਾ ਬਣਾਉਣ ਦੇ ਵਿੱਚ ਕੰਮ ਆਉਂਦੀ ਆ, ਵਹੀਕਲ ਦੇ ਵਿੱਚ ਕੰਮ ਆਉਂਦੀ ਆ, ਅਤੇ ਇੰਡਸਟਰੀਆਂ ਦੇ ਵਿੱਚ ਪ੍ਰੋਡਕਸ਼ਨ ਦੇ ਵਿੱਚ ਕੰਮ ਆਉਂਦੀ ਆ। ਵੀ ਜਿਹੜੇ ਜ਼ਿਆਦਾਤਰ ਪੈਟਰੋਲੀਅਮ ਪ੍ਰੋਡਿਊਸਿੰਗ ਕੰਟਰੀਜ਼ ਨੇ ਉਹ ਨੈਚੁਰਲ ਗੈਸ ਜਿਹੜੀਆਂ ਨੇ ਉਹ ਜ਼ਿਆਦਾ ਪ੍ਰੋਡਿਊਸ ਕਰਦੇ ਆ। ਜਿਵੇਂ USA ਆ, ਉਹ ਲੀਡਿੰਗ ਪ੍ਰੋਡਿਊਸਰ ਆ ਪੂਰੇ ਵਰਲਡ ਦੇ ਵਿੱਚ ਜਿਹੜਾ ਕਿ ਨੈਚੁਰਲ ਗੈਸ ਨੂੰ ਬਣਾਉਂਦਾ ਵਾ। ਉਸ ਤੋਂ ਬਾਅਦ ਰਸ਼ੀਆ ਵਾ, ਮਿਡ ਏਸ਼ੀਆ, ਕੈਨੇਡਾ, ਉਜ਼ਬੇਕਿਸਤਾਨ ਆਰ ਦੀ ਆ ਮੇਨ ਪ੍ਰੋਡਿਊਸਰ, ਵੀ ਇਹਦੇ ਜਿਹੜੇ ਮੇਨ ਪ੍ਰੋਡਿਊਸਰ ਇਹ ਨੇ। ਫਿਰ ਉਸ ਤੋਂ ਬਾਅਦ ਦੀ ਨੈਚੁਰਲ ਗੈਸ ਜਿਹੜੀ ਆ ਉਹ ਪ੍ਰੋਡਿਊਸ ਕੀਤੀ ਜਾਂਦੀ ਹੈ ਇੰਡੀਆ ਦੇ ਵਿੱਚ ਵੀ ਕਈ ਏਰੀਏ ਦੇ ਕੋਲ, ਜਿਵੇਂ ਦੀਜ਼ ਏਰੀਆ ਇਨਕਲੂਡ ਜਿਵੇਂ ਕ੍ਰਿਸ਼ਨਾ, ਗੋਦਾਵਰੀ, ਵੇਸਲ ਆ, ਜਾਂ ਬੇ ਆਫ ਬੰਗਾਲ ਅਤੇ ਉੜੀਸਾ ਦਾ ਰੀਜਨ ਆ, ਜਾਂ ਮੈਂਬਾਰ ਰੀਜਨ ਆਫ ਦੀ ਆ ਰਾਜਸਥਾਨ, ਜਾਂ ਗੋਲਫ ਆਫ ਦੀ ਆ ਕੈਨਵੇਰ ਅਤੇ ਕੱਛ ਰੀਜਨ, ਇੰਡੀਆ, ਗੁਜਰਾਤ ਇਜ਼ ਆ ਪੋਟੈਂਸ਼ੀਅਲ ਏਰੀਆ। ਇਹ ਕੁਝ ਕੁ ਏਰੀਏ ਨੇ ਜਿੱਥੇ ਕਿ ਨੇ ਆਮ ਤੌਰ 'ਤੇ ਜਿਹੜੀ ਕੁਦਰਤੀ ਗੈਸ ਆ ਉਹ ਜਿਹੜੀ ਸਾਨੂੰ ਈਜ਼ੀਲੀ ਮਿਲ ਜਾਂਦੀ ਆ। ਅਤੇ ਇਹਦੇ ਵਿੱਚ ਅਬਾਊਟ 75% ਜਿਹੜੀ ਇੰਡੀਆ ਦੀ ਆ ਕੁਦਰਤੀ ਗੈਸ ਦੀ ਜਿਹੜੀ ਪ੍ਰੋਡਕਸ਼ਨ ਆ ਉਹ ਕਿੱਥੇ ਹੁੰਦੀ ਆ, ਬੰਬੇ ਹਾਈ ਪਲੇਸ ਦੇ ਵਿੱਚ ਆ, ਜਿਹੜੀ ਕਿ ਮੁੰਬਈ ਦੇ ਕੋਲ ਆ, ਅਤੇ ਉੱਥੋਂ ਮਿਲਦੀ ਆ। ਅਤੇ ਇਹ ਸਾਡੀ ਜਿਹੜੀ ਆਇਲ ਦੀ ਪ੍ਰੋਡਕਸ਼ਨ ਵੀ ਆ ਸਭ ਤੋਂ ਜ਼ਿਆਦਾ ਜਿਹੜੀ ਹੁੰਦੀ ਆ ਉਹੀ ਪਲੇਸ ਦੇ ਵਿੱਚੋਂ ਹੁੰਦੀ ਆ, ਅਤੇ ਉੱਥੋਂ ਜਿਹੜੀ ਇੰਡੀਆ ਦੇ ਵਿੱਚੋਂ ਜਿਹੜਾ ਸਭ ਤੋਂ ਜ਼ਿਆਦਾ ਤੇਲ ਆ ਇਸੇ ਪਲੇਸ ਤੋਂ ਨਿਕਲਦਾ ਵਾ। ਉਸ ਤੋਂ ਬਾਅਦ ਸਾਡੇ ਕੋਲ ਲਾਸਟ ਕੁਐਸਚਨ ਹੈ ਇਸ ਸੈਸ਼ਨ ਦਾ। ਕੁਐਸਚਨ ਹੈ ਸਾਡੇ ਕੋਲ, ਵਟ ਆਰ ਦੀਆਂ ਇੰਪੋਰਟੈਂਟ ਫੈਕਟਰ ਵਿਚ ਹੈਜ਼ ਫੇਵਰੇਬਲ ਫॉर ਜਨਰੇਟਿੰਗ ਦੀ ਹਾਈਡਰੋ ਇਲੈਕਟ੍ਰਿਸਿਟੀ। ਪਣ ਊਰਜਾ ਦੀ ਜਿਹੜੀ ਜ਼ਰੂਰਤਾਂ ਜਾਂ ਉਹਦੀ ਤਿਆਰੀ ਦੇ ਲਈ ਸਾਨੂੰ ਕਿਹੜੀਆਂ ਜ਼ਰੂਰੀ ਚੀਜ਼ਾਂ ਚਾਹੀਦੀਆਂ ਨੇ। ਉਹ ਸਭ ਨੂੰ ਪਤਾ ਵੀ ਅੱਜ ਦੀ ਡੇਟ ਦੇ ਵਿੱਚ ਜਿਹੜਾ ਵਾਟਰ ਰਿਸੋਰਸਿਸ ਆ ਉਹ ਤੋਂ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨਾ ਉਹ ਫੇਵਰੇਬਲ ਵੀ ਆ, ਅਤੇ ਉਹਦੇ ਵਿੱਚ ਕੋਸਟ ਵੀ ਘੱਟ ਪੈਂਦੀ ਆ, ਅਤੇ ਈਵਨ ਨਾਨ ਪੋਲਿਊਟੈਂਟ ਜਿਹੜਾ ਰਿਸੋਰਸ ਆ ਇਹ। ਦੇਖੋ ਕੀ ਆ, ਫਸਟ ਅਨਈਵਨ ਰਿਲੀਫ ਐਂਡ ਮਾਊਂਟੇਨਸ ਏਰੀਆ ਪ੍ਰੋਵਾਈਡ ਦੀ ਕੁਆਇਟ ਗੁੱਡ ਸਾਈਟ ਫॉर ਦੀ ਡਿਵੈਲਪਮੈਂਟ ਆਫ ਦੀ ਵਾਟਰ ਪਾਵਰ ਸਚ ਐਜ਼ ਦੀ ਪ੍ਰੋਵਾਈਡਿੰਗ ਦੀ ਰੈਪਿਡ ਐਂਡ ਫॉलन। ਕਹਿੰਦੇ ਜ਼ਿਆਦਾਤਰ ਜਿਹੜਾ ਏਰੀਆ ਵਾ ਜਿੱਥੇ ਕੀ ਨੇ ਜਿਹੜੀ ਧਰਾਤਲ ਆ ਉੱਚੀ ਨੀਵੀਂ ਆ, ਉੱਥੇ ਸਭ ਤੋਂ ਜ਼ਿਆਦਾ ਰਿਸੋਰਸਫੁਲ ਨੇ, ਕਿਉਂਕਿ ਜਿੱਥੇ ਮਾਊਂਟੇਨ ਏਰੀਆ ਵਾ ਉੱਥੇ ਵੱਡੀਆਂ ਵੱਡੀਆਂ ਸਾਈਟਾਂ ਨੇ ਜਿੱਥੇ ਇਲੈਕਟ੍ਰਿਸਿਟੀ ਜਿਹੜੀ ਵਾਟਰ ਇਲੈਕਟ੍ਰਿਸਿਟੀ ਉਹ ਜ਼ਿਆਦਾ ਪ੍ਰੋਡਿਊਸ ਕੀਤੀ ਜਾ ਸਕਦੀ ਆ, ਕਿਉਂਕਿ ਉੱਥੋਂ ਜਿਹੜੇ ਝਰਨੇ ਗਿਰਦੇ ਆ ਅਤੇ ਉਹਨਾਂ ਨਾਲ ਜਿਹੜੀ ਰਿਸੋਰਸ ਆ ਜਿਹੜਾ ਪਾਣੀ ਦਾ ਰਿਸੋਰਸ ਆ ਉਹ ਵਧੀਆ ਬਣਿਆ ਰਹਿੰਦਾ ਵਾ। ਅਬੰਡੈਂਟ ਰੇਨਫਾਲ ਵੀ ਜਿੱਥੇ ਬਹੁਤ ਜ਼ਿਆਦਾ ਮੀਂਹ ਪੈਂਦਾ ਹੋਵੇ, ਫੇਅਰਲੀ ਹੈਵੀ ਰੇਨਫਾਲ ਯੂਨੀਫਾਰਮ ਡਿਸਟਰੀਬਿਊਟਡ ਥਰੂ ਆਊਟ ਟੂ ਦੀ ਈਅਰ ਇਜ਼ ਅ ਨੈਸੈਸਰੀ ਫॉर ਦੀ ਵਾਟਰ ਪਾਵਰ ਡਿਵੈਲਪਮੈਂਟ। ਅਤੇ ਹੁਣ ਜਿਹੜਾ ਸਾਡੇ ਵੀ ਜਿਹੜੇ ਪਾਣੀ ਦੇ ਜਿਹੜੀ ਜਾਂ ਮੀਂਹ ਦੀ ਜਿਹੜੀ ਡਿਸਟਰੀਬਿਊਸ਼ਨ ਆ ਸਾਰੇ ਕਿਤੇ ਵਧੀਆ ਢੰਗ ਦੇ ਨਾਲ ਹੋਣੀ ਚਾਹੀਦੀ ਆ, ਤਾਂ ਹੀ ਉੱਥੇ ਜਿਹੜੀ ਆ ਇਲੈਕਟ੍ਰਿਸਿਟੀ ਜਿਹੜੀ ਉਹ ਵਧੀਆ ਢੰਗ ਦੇ ਨਾਲ ਬਣਾਈ ਜਾ ਸਕਦੀ ਆ। ਉਸ ਤੋਂ ਬਾਅਦ ਹੈ ਪ੍ਰੈਜ਼ੈਂਸ ਆਫ ਦੀ ਹਿਊਜ ਰਿਵਰਸ ਐਂਡ ਰੇਨਫਾਲ, ਵੀ ਜਿੱਥੇ ਕਿ ਨੇ ਬਹੁਤ ਸਾਰੀਆਂ ਨਦੀਆਂ ਨੇ ਜਾਂ ਪਾਣੀ ਜਾਂ ਝਰਨੇ ਨੇ ਉੱਥੇ ਇਹ ਸਭ ਤੋਂ ਜ਼ਿਆਦਾ ਵਧੀਆ ਬਣਾਈ ਜਾ ਸਕਦੀ ਆ। ਅਤੇ ਇੱਥੇ ਸਮ ਪਾਰਟ ਜਿਹੜਾ ਹੈਗਾ ਰਿਵਰ ਜਿਵੇਂ ਇੰਡਸ ਹੋ ਗਿਆ, ਨੀਲ ਹੋ ਗਿਆ, ਇਹ ਸਭ ਤੋਂ ਵੱਡਾ ਏਰੀਆ ਵਾ ਜਿੱਥੇ ਕੀ ਆ ਪਾਣੀ ਦੀ ਸਪਲਾਈ ਵੀ ਈਜ਼ੀਲੀ ਹੁੰਦੀ ਰਹਿੰਦੀ ਆ, ਅਤੇ ਇੱਥੇ ਜਿਹੜੀ ਊਰਜਾ ਬਣਾਉਣੀ ਵੀ ਸੌਖੀ ਹੁੰਦੀ ਆ। ਉਸ ਤੋਂ ਬਾਅਦ ਹੈ ਪ੍ਰੈਜ਼ੈਂਸ ਆਫ ਲੇਕਸ, ਵੀ ਥੋੜ੍ਹੇ ਜਿਹੜੇ ਝਰਨੇ ਜਿਹੇ ਹੁੰਦੇ ਆ ਜਾਂ ਨਦੀਆਂ, ਛੋਟੀਆਂ ਨਦੀਆਂ, ਉਹਨਾਂ ਦੀ ਪ੍ਰੈਜ਼ੈਂਸ ਆਫ ਲੇਕਸ ਅਲੋਂਗਸ ਵਿਦ ਦੀ ਕ੍ਰੋਸ ਆਫ ਟੂ ਦੀ ਰਿਵਰਸ ਹੈਲਪਸ ਟੂ ਰੈਗੂਲੇਟ ਦੀ ਵਾਟਰ ਫਲੋ ਨੈਚੁਰਲੀ। ਕਹਿੰਦੇ ਕੁਛ ਕੁ ਜਿਹੇ ਝਰਨੇ ਜਾਂ ਕੁਛ ਦਰਿਆ ਹੁੰਦੇ ਆ ਜਿਹੜੇ ਕੀ ਨੇ ਨਦੀਆਂ ਦੇ ਕਾਰਨ ਫਲੋ ਕਰਦੇ ਰਹਿੰਦੇ ਆ, ਅਤੇ ਇਸ ਕਰਕੇ ਇਹ ਕੀ ਨੇ ਕੁਦਰਤੀ ਤੌਰ 'ਤੇ ਹੁੰਦੇ ਆ, ਅਤੇ ਇੱਥੇ ਵੀ ਇਲੈਕਟ੍ਰਿਸਿਟੀ ਪ੍ਰੋਡਿਊਸ ਕਰਨ ਦਾ ਇੱਕ ਬੈਟਰ ਰਿਸੋਰਸ ਬਣ ਜਾਂਦਾ ਵਾ। ਉਸ ਤੋਂ ਬਾਅਦ ਹੈ ਨੀਅਰੈਸਟ ਟੂ ਦੀ ਮਾਰਕੀਟ, ਵੀ ਜਿਹੜੀ ਕੀ ਆ ਬਾਜ਼ਾਰ ਦੇ ਬਿਲਕੁਲ ਨੇੜੇ ਹੋਵੇ। ਦੀ ਕੰਜ਼ਿਊਮਿੰਗ ਏਰੀਆ ਸ਼ੁੱਡ ਬੀ ਨੀਅਰ ਟੂ ਦੀ ਪਾਵਰ ਸਟੇਸ਼ਨ ਟੂ ਪ੍ਰੋਵਾਈਡ ਦੀ ਲਾਸ ਡਿਊਰਿੰਗ ਟੂ ਦੀ ਟਰਾਂਸਮਿਸ਼ਨ। ਕਹਿੰਦੇ ਕੀ ਆ ਜਿਹੜਾ ਸਾਡਾ ਕੰਜ਼ਿਊਮਿੰਗ ਏਰੀਆ ਜਿੱਥੇ ਇਲੈਕਟ੍ਰਿਸਿਟੀ ਦੇਣੀ ਆ ਉਹ ਵੀ ਜ਼ਿਆਦਾਤਰ ਸਾਡੇ ਪਾਵਰ ਸਟੇਸ਼ਨ ਦੇ ਜੇਕਰ ਨੇੜੇ ਹੋਵੇ, ਤਾਂ ਟਰਾਂਸਫੋਰਮੇਸ਼ਨ ਯਾਨੀ ਕਿ ਜੇਕਰ ਲਾਈਟ ਭੱਜ ਵੀ ਜਾਂਦੀ ਆ ਤਾਂ ਉਹਨੂੰ ਈਜ਼ੀਲੀ ਇਸ ਲਾਸ ਨੂੰ ਵੀ ਘੱਟ ਤੋਂ ਘੱਟ ਲਾਸ ਕੀਤਾ ਜਾ ਸਕਦਾ, ਅਤੇ ਸਾਡਾ ਇਨਫਰਾਸਟਰਕਚਰ ਵੀ ਬਚੇਗਾ, ਅਤੇ ਅਸੀਂ ਵਧੀਆ ਢੰਗ ਦੇ ਨਾਲ ਜਿਹੜੀ ਇਲੈਕਟ੍ਰਿਸਿਟੀ ਆ ਉਹ ਪ੍ਰੋਡਿਊਸ ਕਰ ਸਕਦੇ ਹਾਂ। ਤਾਂ ਇਸ ਤਰੀਕੇ ਨਾਲ ਸਾਡੇ ਜਿਹੜੇ ਸੈਸ਼ਨ ਆ ਉਹ ਕੰਪਲੀਟ ਹੁੰਦਾ ਵਾ, ਅਤੇ ਇਹਦੇ ਵਿੱਚ ਅਸੀਂ ਜਿਹੜੇ ਕੁਐਸਚਨ ਆਨਸਰ ਨੇ ਉਹ ਸੈਕਿੰਡ ਪਾਰਟ ਦੇ ਵਿੱਚ ਕੰਪਲੀਟ ਕਰ ਲਏ। ਅਤੇ ਮੈਨੂੰ ਲੱਗਦਾ ਵੀ ਤੁਹਾਨੂੰ ਇਹ ਸੈਸ਼ਨ ਵੀ ਵਧੀਆ ਲੱਗਿਆ ਹੋਊ। ਜੇ ਸੈਸ਼ਨ ਵਧੀਆ ਲੱਗਿਆ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ, ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨਾਲ ਜੁੜੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।